ਵੈਲ ਹਰ ਕਿਸੇ ਦਾ ਇੱਕ ਖੁਆਬ ਹੁੰਦਾ ਹੈ ਕਿ ਉਹ ਕੌਨਫੀਡੈਂਟਲੀ ਲੋਕਾਂ ਸਾਹਮਣੇ ਬੋਲ ਸਕੇ ਐਂਡ ਦੈਟ ਟੂ ਇਨ ਇੰਗਲਿਸ਼। ਚਾਹੇ ਇੱਕ ਬੱਚਾ ਹੋਵੇ ਚਾਹੇ ਇੱਕ ਵੱਡਾ ਹੋਵੇ, ਹਰ ਇੰਡੀਵਿਜੂਅਲ ਇਹੀ ਚਾਹੁੰਦਾ ਹੈ ਕਿ ਉਹ ਚਾਰ ਬੰਦਿਆਂ ਸਾਹਮਣੇ ਜਦੋਂ ਆਪਣੀ ਗੱਲਬਾਤ ਰੱਖੇ ਤੇ ਉਹਦਾ ਇੱਕ ਚੰਗਾ ਇੱਕ ਇੰਪ੍ਰੈਸ਼ਨ ਪਵੇ, ਇੱਕ ਪੋਜ਼ਿਟਿਵ ਢੰਗ ਦੇ ਨਾਲ ਉਹ ਆਪਣੀ ਗੱਲਬਾਤ ਲੋਕਾਂ ਸਾਹਮਣੇ ਕਹਿ ਸਕੇ। ਬਟ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਇਹੀ ਸਮਝ ਨਹੀਂ ਆਉਂਦਾ ਵੀ ਗੱਲ ਸ਼ੁਰੂ ਕਰੀਏ ਤੇ ਕਰੀਏ ਕਿੱਦਾਂ। ਵੈਲ ਦਿਸ ਇਜ਼ ਬਿਕਮਿੰਗ ਐਨ ਇਸ਼ੂ ਥੀਸ ਡੇਜ਼। ਅੱਜ ਕੱਲ੍ਹ ਇਹ ਸਭ ਤੋਂ ਵੱਡੀ ਜੋ ਇੱਕ ਇਸ਼ੂਜ਼ ਵਿੱਚੋਂ ਗਿਣਿਆ ਜਾਣ ਲੱਗ ਪਿਆ ਹੈ ਕਿ ਇੰਟਰਪਰਸਨਲ ਸਕਿੱਲਸ, ਦੈਟ ਇਜ਼ ਹਾਊ ਟੂ ਸਪੀਕ ਕੌਨਫੀਡੈਂਟਲੀ ਐਂਡ ਦੈਟ ਟੂ ਇਨ ਇੰਗਲਿਸ਼, ਇਟ ਹੈਜ਼ ਬਿਕਮ ਅ ਗ੍ਰੇਵ ਕੰਸਰਨ। ਐਂਡ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਐਂਡ ਜੋ ਵੀ ਗੱਲਬਾਤ ਮੈਂ ਕਰੂੰਗਾ ਦੈਟ ਇਜ਼ ਆਊਟ ਆਫ ਮਾਈ ਐਕਸਪੀਰੀਅੰਸ, ਦ ਥਿੰਗਸ ਦੈਟ ਆਈ ਹੈਵ ਲਰਨਡ ਥਰੂ ਆਫ ਦਿਸ ਜਰਨੀ ਆਫ ਮਾਈ ਲਾਈਫ। ਅੱਛਾ, ਸਭ ਤੋਂ ਪਹਿਲਾਂ ਤਾਂ ਜੋ ਚੀਜ਼ ਆਪਾਂ ਕਰਨੀਆਂ ਨੇ, ਆਈਲ ਬੀ ਗਿਵਿੰਗ ਯੂ 5 ਪੁਆਇੰਟਸ ਜਿਹੜੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰ ਸਕਦੇ ਹੋ। ਐਂਡ ਐਂਡ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਟਿਪ ਦਊਂਗਾ ਵਿਚ ਯੂ ਕੈਨ ਯੂਜ਼ ਇਨ ਯੋਰ ਡੇ ਟੂ ਡੇ ਲਾਈਫ ਟੂ ਜਸਟ ਇਵੈਲੂਏਟ ਯੋਰ ਗ੍ਰੇਡਿੰਗ ਇਨ ਦ ਇੰਗਲਿਸ਼ ਲੈਂਗੁਏਜ। ਸੋ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਧਿਆਨ ਨਾਲ ਕਰਨੀ ਹੈ। ਐਂਡ ਇੱਕ ਹੋਰ ਚੀਜ਼, ਸਾਡਾ ਜਿਹੜਾ ਇੱਕ ਖਾਬ ਹੈ ਬੋਲਣ ਦਾ, ਜੋ ਇੱਕ ਵਧੀਆ ਢੰਗ ਦੇ ਨਾਲ, ਕੀ ਇਹ ਇੱਕ ਦਿਨ ਦੇ ਵਿੱਚ ਪੂਰਾ ਹੋ ਸਕਦਾ ਹੈ? ਕਿ ਅਸੀਂ ਇੱਦਾਂ ਹੋ ਸਕਦਾ ਕਿ ਸਵੇਰੇ ਉੱਠੀਏ ਅਤੇ ਬੜੇ ਕੌਨਫੀਡੈਂਟਲੀ ਆਪਣੀ ਗੱਲਬਾਤ ਕਹਿਣੀ ਸ਼ੁਰੂ ਕਰ ਦਈਏ? ਵੈਲ, ਇੱਕ ਦਿਨ ਕਿਹਨੇ ਦੇਖਿਆ? ਯੂ ਕੈਨ ਈਵਨ ਸਟਾਰਟ ਵਾਈਲ ਵਾਚਿੰਗ ਦਿਸ ਵੀਡੀਓ। ਇੰਨਾ ਆਰਾਮ ਦੇ ਨਾਲ ਤੁਸੀਂ ਕਰ ਸਕਦੇ ਹੋ ਅਗਰ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪ੍ਰੈਕਟੀਕਲੀ ਅਪਲਾਈ ਕਰਨਾ ਸ਼ੁਰੂ ਕਰ ਦਿਓ ਫਰੋਮ ਦਿਸ ਵੈਰੀ ਸੈਕਿੰਡ, ਜਦੋਂ ਤੁਹਾਡੇ ਖਾਨੇ ਗੱਲ ਪੈਣੀ ਸ਼ੁਰੂ ਹੋ ਰਹੀ ਹੈ। ਅੱਛਾ, ਹੁਣ ਕਰਨਾ ਕੀ ਹੈ? ਸਭ ਤੋਂ ਪਹਿਲਾ ਪੁਆਇੰਟ ਜੋ ਕਿ ਬਹੁਤ ਇੰਪੋਰਟੈਂਟ ਹੈ, ਯੂ ਸ਼ੁਡ ਸਟਾਰਟ ਬਿਲੀਵਿੰਗ ਇਨ ਵਟ ਯੂ ਸੇ। ਜੋ ਤੁਸੀਂ ਕਹਿੰਦੇ ਹੋ ਔਰ ਜੋ ਤੁਸੀਂ ਕਰਦੇ ਹੋ ਉਹਦੇ 'ਚ ਤੁਹਾਡਾ ਕਿੰਨਾ ਕੁ ਵਿਸ਼ਵਾਸ ਹੈ। ਹੁਣ ਫੋਰ ਐਗਜ਼ਾਮਪਲ ਹੁੰਦਾ ਕੀ ਹੈ ਕਿ ਜਦੋਂ ਬੰਦਾ ਕੋਈ ਵੀ ਗੱਲਬਾਤ ਕਰਦਾ ਕਿਸੇ ਨਾਲ, ਕੁਛ ਗੱਲਾਂ ਆਪਾਂ ਕਰਦੇ ਹਾਂ ਕਿ ਚੱਲ ਇੱਧਰੋਂ ਸੁਣੀਆਂ ਕਰਤੀ ਉੱਧਰੋਂ ਕਰ ਦਿੱਤੀਆਂ, ਬਟ ਇੱਕ ਗੱਲ ਅਬਜ਼ਰਵ ਕਰੋ ਕਿ ਜਿਹੜੀ ਗੱਲਬਾਤ ਬਾਰੇ ਤੁਹਾਨੂੰ ਪਤਾ ਆ, ਤੁਸੀਂ ਆਪ ਆਪਣੀ ਜ਼ਿੰਦਗੀ ਵਿੱਚ ਹੰਢਾਈ ਹੈ, ਉਹਦਾ ਇੱਕ ਵੱਖਰਾ ਹੀ ਇੱਕ ਕੌਨਫੀਡੈਂਸ ਹੁੰਦਾ ਉਸ ਗੱਲਬਾਤ ਕਰਨ ਦੇ ਵਿੱਚ। ਕਹਿ ਲਓ ਕਿ ਤੁਹਾਨੂੰ ਲੱਗਦਾ ਕਿ ਯਾਰ ਇਹ ਚੀਜ਼ ਤਾਂ ਮੈਨੂੰ ਪਤਾ ਆ, ਆਈ ਨੋ ਅਬਾਊਟ ਦਿਸ ਥਿੰਗ, ਐਂਡ ਅਗਰ ਮੈਨੂੰ ਇਸ ਚੀਜ਼ ਬਾਰੇ ਪਤਾ ਹੈ ਤਾਂ ਮੇਰੇ ਬੋਲਣ ਦੇ ਢੰਗ ਦੇ ਵਿੱਚ ਬਹੁਤ ਫਰਕ ਹੋਏਗਾ। ਐਂਡ ਈਵਨ ਤੁਸੀਂ ਕਲਾਸ ਵਿੱਚ ਵੀ ਦੇਖਿਆ ਹੋਣਾ, ਬੱਚੇ ਉਸ ਜਵਾਬ ਨੂੰ ਭੱਜ ਆਨਸਰ ਦਿੰਦੇ ਹੁੰਦੇ ਆ ਕਿ ਦੈਟ ਜਿਹੜਾ ਉਹਨਾਂ ਨੂੰ ਕਲੀਅਰ ਹੋਵੇ ਕਿ ਹਾਂ ਇਹਦਾ ਆਨਸਰ ਉੱਥੇ ਆ। ਸੋ ਇਸ ਚੀਜ਼ ਤੋਂ ਕੀ ਸਿੱਖਣ ਨੂੰ ਮਿਲਦਾ ਕਿ ਹਮੇਸ਼ਾ ਆਪਣੀ ਗੱਲਬਾਤ ਵਿੱਚ ਉਹ ਗੱਲਬਾਤ ਕਰੋ ਜਿਹੜੀ ਕਿ ਜਾਂ ਤੁਸੀਂ ਖੁਦ ਮੰਨਦੇ ਹੋਵੋ ਆਪਣੇ ਮਨ ਦੇ ਵਿੱਚ, ਜਾਂ ਤੁਸੀਂ ਕਿਤੇ ਓਬਜ਼ਰਵ ਕੀਤੀ ਹੋਵੇ। ਜਿਹੜੀ ਚੀਜ਼ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਹਾਡੇ ਐਕਸਪ੍ਰੈਸ਼ਨਸ ਉਹਦੇ ਵਿੱਚ ਉਨੇ ਕੌਨਫੀਡੈਂਟ ਨਹੀਂ ਹੋਣਗੇ। ਸੋ ਵੈਰੀ ਇੰਪੋਰਟੈਂਟ ਥਿੰਗ ਦੈਟ accept or believe that you things that you always look for। ਜੋ ਤੁਸੀਂ ਖੁਦ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਉਹਨਾਂ ਚੀਜ਼ਾਂ ਬਾਰੇ ਥੋੜ੍ਹਾ ਬਹੁਤਾ ਤੁਹਾਡਾ ਮਨ ਕਲੀਅਰ ਹੋਣਾ ਚਾਹੀਦਾ, ਮਾਈਂਡ ਕਲੀਅਰ ਹੋਣਾ ਚਾਹੀਦਾ ਕਿ ਹਾਂ ਇਹਦੇ ਵਿੱਚ ਮੇਰਾ ਵਿਸ਼ਵਾਸ ਹੈ, ਤਾਂ ਕਿ ਤੁਸੀਂ ਉਹਨੂੰ ਕੌਨਫੀਡੈਂਟਲੀ ਲੋਕਾਂ ਸਾਹਮਣੇ ਬੋਲਣਾ ਸ਼ੁਰੂ ਕਰੋ। ਡੋਂਟ ਪੋਰਟਰੇ ਐਨੀ ਕਾਈਂਡ ਆਫ ਫੇਕ ਇਮੇਜ। ਫੇਕ ਇਮੇਜ ਨੂੰ ਤੁਸੀਂ ਬਹੁਤਾ ਟਾਈਮ ਕੌਨਫੀਡੈਂਟਲੀ ਨਹੀਂ ਪੋਰਟਰੇ ਕਰ ਪਾਓਗੇ, ਜਸਟ ਬਿਕੋਜ਼ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਇੱਕ ਡਰ ਹੋਏਗਾ ਕਿ ਮੇਰਾ ਕਿਤੇ ਝੂਠ ਫੜਿਆ ਨਾ ਜਾਵੇ। ਸੋ ਵੈਰੀ ਇੰਪੋਰਟੈਂਟ ਥਿੰਗ, ਬਿਲੀਵ ਇਨ ਵਟ ਯੂ ਸੇ। ਪਹਿਲੀ ਗੱਲ ਇੰਪੋਰਟੈਂਟ ਹੈਗੀ ਜਿਹੜੀ। ਦੂਜੀ ਗੱਲ, ਯੂ ਸ਼ੁਡ ਗਿਵ ਰਿਸਪੈਕਟ ਟੂ ਵਟ ਅਦਰਸ ਸੇ। ਹੁਣ ਇਹਦੇ ਵਿੱਚ ਮਤਲਬ ਕੀ ਹੈ? ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਸਮੂਹ ਨਾਲ ਗੱਲ ਕਰ ਰਹੇ ਹੋ, ਚਾਰ ਬੰਦੇ ਨਾਲ ਗੱਲ ਕਰ ਰਹੇ ਹੋ, ਕਦੇ ਵੀ ਮਨ ਦੇ ਵਿੱਚ ਇਹ ਨਾ ਰੱਖੋ ਕਿ ਮੈਂ ਇਹ ਸਾਰੇ ਜਿੰਨੇ ਵੀ ਤੁਰੇ ਫਿਰਦੇ ਆ ਨਾ, ਇਹਨਾਂ ਸਾਹਮਣੇ ਮੈਂ ਅੰਗਰੇਜ਼ੀ ਦੇ ਚਿੱਬ ਕੱਢ ਦੇਣੇ ਆ, ਜਾਂ ਇਹਨਾਂ ਸਾਹਮਣੇ ਮੈਂ ਇੰਗਲਿਸ਼ ਐਸੇ ਹੀ ਬੋਲਣੀ ਕਿ ਇਹਨਾਂ ਦੇ ਰੋਹ ਪੈ ਜੇ ਕਰੀ। ਜਦੋਂ ਤੁਸੀਂ ਇਸ ਢੰਗ ਦੇ ਨਾਲ ਗੱਲਬਾਤ ਕਰ ਰਹੇ ਹੋ ਐਂਡ ਅਗਲੇ ਦੀ ਗੱਲ ਸੁਣ ਹੀ ਨਹੀਂ ਰਹੇ, ਜਾਂ ਉਹਦੀ ਗੱਲ ਜਦੋਂ ਕਰ ਰਿਹਾ ਉਹਨੂੰ ਵਿੱਚ ਟੋਕ ਕੇ ਤੁਸੀਂ ਆਪਣੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹੋ, ਉਹਦੇ ਨਾਲ ਹੁੰਦਾ ਕੀ ਹੈ? ਅਗਲੇ ਬੰਦੇ ਦਾ ਜੋ ਇੱਕ ਟਾਈਮ ਹੁੰਦਾ ਬੋਲਣ ਦਾ, ਆਪਣੀ ਗੱਲਬਾਤ ਕਹਿਣ ਦਾ, ਉਹਨੂੰ ਪ੍ਰੋਪਰ ਨਹੀਂ ਮਿਲ ਪਾਉਂਦਾ। ਐਂਡ ਦਿਸ ਡਜ਼ ਨਾਟ ਲੀਡ ਟੂ ਐਨੀ ਹੈਲਦੀ ਕਨਵਰਜ਼ੇਸ਼ਨ। ਇਹ ਕੋਈ ਬਹੁਤ ਹੈਲਦੀ ਕਨਵਰਜ਼ੇਸ਼ਨ ਵਾਲੀ ਗੱਲ ਨਹੀਂ ਹੁੰਦੀ। ਐਂਡ ਇਹਦੇ ਨਾਲ ਕੀ ਹੁੰਦਾ ਕਿ ਕਿਤੇ ਨਾ ਕਿਤੇ ਇੱਕ ਬੈਡ ਇੰਪੈਕਟ ਪੈਂਦਾ ਆ ਉਸ ਗੱਲਬਾਤ 'ਤੇ। ਸੋ ਜਦੋਂ ਵੀ ਕਦੀ ਗੱਲ ਕਰ ਰਹੇ ਹੋ ਕਿਸੇ ਦੇ ਨਾਲ, ਬਿਕਮ ਅ ਵੈਰੀ ਗੁੱਡ ਲਿਸਨਰ ਐਜ਼ ਵੈਲ। ਦੂਜੇ ਦੀ ਗੱਲ ਸੁਣਨੀ ਵੀ ਸ਼ੁਰੂ ਕਰੋ, ਤਾਂ ਜੋ ਜਦੋਂ ਤੁਹਾਡੀ ਵਾਰੀ ਆਵੇ ਤੁਸੀਂ ਚੱਜ ਨਾਲ ਉਸ ਗੱਲ ਨੂੰ ਦੂਜੇ ਸਾਹਮਣੇ ਉਹਦਾ ਇੱਕ ਜਵਾਬ ਦੇ ਸਕੋ। ਸੋ ਚੱਜ ਨਾਲ ਬੋਲਣ ਤੋਂ ਪਹਿਲਾਂ ਚੱਜ ਨਾਲ ਸੁਣਨਾ ਵੀ ਸ਼ੁਰੂ ਕਰਨਾ ਚਾਹੀਦਾ ਹੈ, ਵਿਚ ਇਜ਼ ਅ ਵੈਰੀ ਇੰਪੋਰਟੈਂਟ ਥਿੰਗ। ਹੁਣ ਇਸੇ ਨਾਲ ਜੁੜਿਆ ਮੇਰਾ ਥਰਡ ਪੁਆਇੰਟ ਹੈ ਜੋ ਕਿ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ, ਦੈਟ ਇਜ਼ ਕਿ ਚੱਜ ਨਾਲ ਸੁਣਨ ਦਾ ਮਤਲਬ ਕੀ ਹੈ। ਹੁਣ ਕਈ ਵਾਰੀ ਆਪਾਂ ਗੱਲਬਾਤ ਕਰਦੇ ਹਾਂ ਕਿ
ਬਹੁਤ ਚੀਜ਼ਾਂ ਮੈਂ ਪੜ੍ਹੀਆਂ ਵੀ ਹੈ, ਜਾਂ ਕਹਿ ਲਓ ਕਿ YouTube 'ਤੇ ਵੀ ਕਈ ਵਾਰੀ ਵੀਡੀਓਜ਼ ਦੇਖਦਾ ਹੁੰਦਾ ਕਿ ਕਈ ਲੋਕ ਕਹਿੰਦੇ ਆ ਕਿ ਕੌਨਫੀਡੈਂਟਲੀ ਅਗਰ ਬੋਲਣਾ ਨਾ ਤਾਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਬਹੁਤ, ਤੁਹਾਨੂੰ ਗੂੜ੍ਹ ਗਿਆਨ ਹੋਣਾ ਚਾਹੀਦਾ। ਬੇਟਾ ਇੱਦਾਂ ਦਾ ਕੁਛ ਕਰਨ ਦੀ ਲੋੜ ਨਹੀਂ ਹੈ। ਤੁਹਾਡੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਕਿਤਾਬ ਹੈ, ਐਂਡ ਤੁਹਾਡੇ ਆਲੇ ਦੁਆਲੇ ਜਿੰਨੇ ਵੀ ਜਨਤਾ ਤੁਰੀ ਫਿਰਦੀ ਹੈ, ਦੋਜ਼ ਆਰ ਦਾ ਕਰੈਕਟਰਸ। ਸੋ ਤੁਸੀਂ ਜਦੋਂ ਵੀ ਗੱਲਬਾਤ ਕਿਸੇ ਨਾਲ ਕਰਦੇ ਹੋ, ਤੁਹਾਡੇ ਸਾਹਮਣੇ ਹੁੰਦਾ ਕੀ ਹੈ, ਚਾਹੇ ਤੁਸੀਂ ਆਰਾਮ ਨਾਲ ਬੈਠੇ ਹੋ, ਦੋ ਬੰਦੇ ਤੁਹਾਡੇ ਸਾਹਮਣੇ ਗੱਲਬਾਤ ਕਰ ਰਹੇ, ਚਾਹੇ ਉਹ ਪੰਜਾਬੀ ਵਿੱਚ ਕਰ ਰਹੇ ਨੇ। ਐਂਡ ਇਹ ਗੱਲ ਹੋਰ ਯਾਦ ਰੱਖਿਓ, ਕੌਨਫੀਡੈਂਟਲੀ ਬੋਲਣਾ ਇਹਦਾ ਲੈਂਗੁਏਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਪੰਜਾਬੀ 'ਚ ਅਗਰ ਕੌਨਫੀਡੈਂਟਲੀ ਬੋਲ ਰਹੇ ਹੋ, ਇਹਦਾ ਮਤਲਬ ਇੰਗਲਿਸ਼ ਵਿੱਚ ਵੀ ਬੋਲ ਪਾਓਗੇ ਚਾਰ ਬੰਦੇ ਸਾਹਮਣੇ। ਸੋ ਦੈਟ ਮੀਨਸ ਕਿ ਯੂ ਸ਼ੁਡ ਵਰਕ ਔਨ ਯੋਰ ਸਪੀਕਿੰਗ ਸਕਿੱਲਸ, ਨਾਟ ਔਨ ਯੋਰ ਲੈਂਗੁਏਜ ਸਕਿੱਲਸ। ਹੁਣ ਮੈਂ ਗੱਲ ਜੋ ਕਰ ਰਿਹਾ ਸੀਗਾ ਉਹਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਬੋਲਦੇ ਸੁਣ ਰਹੇ ਹੋ, ਠੀਕ ਹੈ, ਪਲੀਜ਼ ਓਬਜ਼ਰਵ ਦ ਵੇ ਹੀ ਇਜ਼ ਸਪੀਕਿੰਗ, ਚਾਹੇ ਪੰਜਾਬੀ ਵਿੱਚ ਹੀ ਕਰ ਰਿਹਾ। ਉਹਦੇ ਨਾਲ ਹੋਏਗਾ ਕਿ ਜੋ ਉਹਦਾ ਆਪਣਾ ਐਕਸਪੀਰੀਅੰਸ ਹੋਏਗਾ, ਤੁਸੀਂ ਉਹਨੂੰ ਓਬਜ਼ਰਵ ਕਰ ਰਹੇ ਹੋ। ਲਰਨਿੰਗ ਫਰੋਮ ਐਨੀ ਅਦਰ ਪਰਸਨਸ ਐਕਸਪੀਰੀਅੰਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਉਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਗਾਈਡੈਂਸ ਮਿਲਦੀ ਹੈ, ਤੁਹਾਨੂੰ ਇੱਕ ਈਜ਼ੀ ਹੋ ਜਾਂਦਾ ਜਦੋਂ ਤੁਸੀਂ ਆਪਣੀ ਗੱਲਬਾਤ ਕਰਨੀ ਹੈ। ਤੁਹਾਨੂੰ ਇੱਕ ਪ੍ਰੋਪਰ ਫਰੇਮਵਰਕ ਮਿਲ ਜਾਣਾ ਕਿ ਯਾਰ ਫਲਾਣੇ ਬੰਦੇ ਨੇ ਉਸ ਢੰਗ ਦੇ ਨਾਲ ਉੱਥੇ ਗੱਲ ਕੀਤੀ ਸੀ, ਅਗਰ ਮੈਂ ਉਸ ਜੈਸਚਰ ਦੇ ਵਿੱਚ ਇੱਦਾਂ ਹੀ ਬੋਲਾਂ, ਉਸ ਸਟਾਈਲ ਦੇ ਵਿੱਚ ਬੋਲਾਂ, ਤਾਂ ਮੈਂ ਸ਼ਾਇਦ ਕਿੱਦਾਂ ਲੱਗਾਂਗਾ, ਤੁਹਾਨੂੰ ਸੌਖਾ ਰਹੇਗਾ। ਸੋ ਹਰ ਬੰਦਾ ਜੋ ਤੁਹਾਡੇ ਆਲੇ ਦੁਆਲੇ ਹੈਗਾ ਹੈ, ਉਹ ਆਪਣੇ ਆਪ ਵਿੱਚ ਇੱਕ ਕਿਤਾਬ ਹੈ। ਸੋ ਤੁਹਾਨੂੰ ਕਿਤਾਬ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਇਫ ਯੂ ਟੇਕ ਯੋਰ ਲਾਈਫ ਐਜ਼ ਅ ਬੁੱਕ and all the people around you as the characters who just speak their dialogues। ਸੋ ਇਹ ਬਹੁਤ ਇੰਪੋਰਟੈਂਟ ਹੈ। ਐਂਡ ਕਈ ਲੋਕ ਇਹ ਵੀ ਕਹਿਣਗੇ ਸਰ ਸਾਡੇ ਲਾਗੇ ਤਾਗੇ ਤਾਂ ਸਾਰੇ ਪੰਜਾਬੀ ਬੋਲਦੇ ਆ, ਚੱਜ ਦੇ ਨਹੀਂ ਬੋਲਦੇ। ਬੇਟਾ ਮੂਵੀਜ਼ ਤਾਂ ਦੇਖਦੇ ਹੋ ਨਾ, ਮੂਵੀਜ਼ ਆਰ ਦਾ ਬੈਸਟ ਸੋਰਸ ਟੂ ਓਬਜ਼ਰਵ ਅਦਰਸ। ਅਗਰ ਤੁਹਾਡੇ ਸਾਹਮਣੇ ਲਾਗੇ ਤਾਗੇ ਬੰਦੇ ਤਾਂ ਨਹੀਂ ਹੈਗੇ, ਬਿਕੋਜ਼ ਅਗਰ ਕੋਈ ਕਰੈਕਟਰ ਉਹਨੂੰ ਉਸ ਸਟਾਈਲ ਦੇ ਵਿੱਚ ਉਸ ਗੱਲ ਨੂੰ ਬੋਲ ਰਿਹਾ, ਹੀ ਇਜ਼ ਬੀਇੰਗ ਅਗਰੈਸਿਵ, ਐਂਡ ਅਗਰੈਸਿਵ ਹੋਣ ਲੱਗੇ ਉਹਦੇ ਜੈਸਚਰਸ ਕਿੱਦਾਂ ਦੇ ਨੇ, ਉਹਦੇ ਇੱਕ ਜਦੋਂ ਉਹ ਕੌਨਫੀਡੈਂਟਲੀ ਕਿਸੇ ਨਾਲ ਗੱਲ ਕਰ ਰਿਹਾ ਤਾਂ ਉਹ ਕਿਸ ਢੰਗ ਦੇ ਨਾਲ ਕਰਦਾ, ਅਗਰ ਤੁਸੀਂ ਉਸ ਐਕਟਰ ਨੂੰ ਹੀ ਇਮੀਟੇਟ ਕਰਨਾ ਸ਼ੁਰੂ ਕਰ ਦਿਓ ਆਪਣੀ ਲਾਈਫ ਦੇ ਵਿੱਚ, ਤੁਹਾਡਾ ਜੋ ਤੁਸੀਂ ਆਪਣਾ ਕੌਨਫੀਡੈਂਸ ਲੈਵਲ ਹੈਗਾ ਉਹ ਬਹੁਤ ਬੂਸਟ ਹੋਏਗਾ। ਇਹਦੇ ਨਾਲ ਹੋਏਗਾ ਕਿ ਤੁਹਾਨੂੰ ਇੱਕ ਪਤਾ ਲੱਗ ਜਾਏਗਾ ਯਾਰ ਹਾਂ ਫਲਾਨੀ ਮੂਵੀ ਵਿੱਚ ਮੈਂ ਦੇਖਿਆ ਸੀ ਐਕਟਰ ਇੱਦਾਂ ਬੋਲਦਾ ਪਿਆ ਸੀਗਾ, ਠੀਕ ਹੈ। ਸੋ ਉਹਦੀ ਆਵਾਜ਼ ਦਾ ਜੋ ਇੱਕ ਫਰਕ ਸੀਗਾ, ਸੋ ਦੈਟ ਕਾਈਂਡ ਆਫ ਥਿੰਗ। ਸੋ ਤੁਸੀਂ ਉਹਨੂੰ ਇੱਕ ਕੌਨਫੀਡੈਂਟਲੀ ਪੋਰਟਰੇ ਕਰ ਸਕਦੇ ਹੋ ਆਪਣੇ ਦੋਸਤਾਂ ਸਾਹਮਣੇ ਜਾਂ ਬਾਕੀ ਸਾਰਿਆਂ ਸਾਹਮਣੇ। ਸੋ ਇਹ ਬਹੁਤ ਇੰਪੋਰਟੈਂਟ ਹੈ ਦੈਟ ਯੂ ਸ਼ੁਡ ਬੀ ਅ ਵੈਰੀ ਗੁੱਡ ਓਬਜ਼ਰਵਰ ਆਫ ਯੂਰ ਓਨ ਲਾਈਫ, ਸੋ ਦੈਟ ਤੁਹਾਡੇ ਕੋਲ ਜਦੋਂ ਕਿਸੇ ਨਾਲ ਗੱਲਬਾਤ ਕਰਨੀ ਹੈ, ਤੁਹਾਡੇ ਕੋਲ ਕੰਟੈਂਟ ਹੋਣਾ ਚਾਹੀਦਾ ਜੋ ਤੁਸੀਂ ਬੋਲ ਪਾਓ। ਅੱਛਾ, ਇਸ ਤੋਂ ਬਾਅਦ ਅੱਗੇ ਜੋ ਅਗਲਾ ਪੁਆਇੰਟ ਆਪਣਾ ਹੈਗਾ, 4th ਪੁਆਇੰਟ, ਯੂ ਸ਼ੁਡ ਫਾਈਂਡ ਦ ਰੀਅਲ ਮੋਟਿਵ ਆਫ ਯੂਰ ਕਨਵਰਸੇਸ਼ਨ। ਜਦੋਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਮੋਟਿਵ ਕੀ ਹੈ। ਜਿੱਦਾਂ ਫੋਰ ਐਗਜ਼ਾਮਪਲ ਮੈਨੂੰ ਇਸ ਵੇਲੇ ਮੇਰਾ ਮੋਟਿਵ ਪਤਾ ਹੈ ਕਿ ਮੇਰਾ ਮੋਟਿਵ ਇਸ ਵੇਲੇ ਇਹ ਹੈਗਾ ਕਿ ਮੈਂ ਜਿੰਨੇ ਵੀ ਲਿਸਨਰਸ ਜਾਂ ਇਸ ਵੀਡੀਓ ਨੂੰ ਜੋ ਬੰਦੇ ਦੇਖ ਰਹੇ ਨੇ, ਜੋ ਬੱਚੇ ਦੇਖ ਰਹੇ ਨੇ, ਜਿਹੜੇ ਕਿ ਚਾਹੁੰਦੇ ਨੇ ਕਿ ਉਹਨਾਂ ਦੇ ਸਪੀਕਿੰਗ ਵਿੱਚੋਂ ਬੈਂਡ ਸੁਣੇ ਆ ਜਾਣ, ਮੈਂ ਉਹਨਾਂ ਨੂੰ ਗੱਲ ਜਿੰਨੇ ਇੱਕ ਲੇਮੈਨਸ ਲੈਂਗੁਏਜ, ਇੱਕ ਆਰਾਮ ਨਾਲ ਇੱਕ ਬਹੁਤ ਸੂਖਮ ਢੰਗ ਦੇ ਨਾਲ ਸਮਝਾ ਸਕਦਾ ਹਾਂ, ਉਨਾ ਮੈਂ ਸਮਝਾਵਾਂ ਇਨ ਅ ਵੈਰੀ ਈਜ਼ੀ ਵੇ। ਸੋ ਇਹ ਮੇਰਾ ਮੋਟਿਵ ਹੈ। ਹੁਣ ਅਗਰ ਮੈਂ ਬਾਈ ਚਾਂਸ ਇੱਥੇ ਹੀ ਇੱਕ ਬੜੀ ਫਲਵਰਿੰਗ ਇੰਗਲਿਸ਼ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕਰਦਾ, ਮੈਂ ਸਾਰੀ ਵੀਡੀਓ ਇੰਗਲਿਸ਼ ਵਿੱਚ ਬਣਾਉਣੀ ਸ਼ੁਰੂ ਕਰਦੇ ਹਾਂ, ਮੈਨੂੰ ਇੰਨਾ ਪਤਾ ਕਿ ਮੇਰੀ ਗੱਲ ਲੋਕਾਂ ਦੇ ਨੂੰ ਸਮਝ ਸ਼ਾਇਦ ਘੱਟ ਆਏਗੀ। ਹਾਂ ਠੀਕ ਹੈ, ਉਹਦਾ ਇੱਕ ਇੰਪਰੈਸ਼ਨ ਬਹੁਤ ਸੋਹਣਾ ਪਏਗਾ ਕਿ ਸਰ ਇੰਗਲਿਸ਼ ਬਹੁਤ ਸੋਹਣੀ ਬੋਲਦੇ ਨੇ, ਬਟ ਮੈਂ ਤਾਂ ਗੱਲ ਸਮਝਾਉਣੀ ਹੈ। ਮੇਰਾ ਮੇਨ ਮੋਟਿਵ ਇਸ ਵੀਡੀਓ ਤੇ ਗੱਲ ਨੂੰ ਸਮਝਾਉਣਾ ਆ, ਉਸ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਦਿਖਾਉਣਾ ਆ। ਅਗਰ ਮੇਰਾ ਇੱਕ ਜੋ ਮੇਰਾ ਮੋਟਿਵ ਸਿਰਫ ਇੱਕ ਇੰਪਰੈਸ਼ਨ ਪਾਉਣਾ ਹੀ ਆ, ਫਿਰ ਮੈਂ ਹੋਰ ਢੰਗ ਦੇ ਨਾਲ ਵੀਡੀਓ ਬਣਾਉਂਗਾ। ਸੋ ਫਸਟ ਮੋਟਿਵ ਇਜ਼ ਕਿ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਮੇਰਾ ਇਸ ਵੀਡੀਓ ਬਣਾਉਣ ਦਾ ਮੇਨ ਮੋਟਿਵ ਕੀ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਜਾਂ ਕਹਿ ਲਓ ਕਿ ਅਗਰ ਤੁਸੀਂ ਕਿਸੇ ਨਾਲ ਕੋਈ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਅਗਰ ਇਹ ਗੱਲ ਕਰ ਰਿਹਾ, ਮੈਂ ਕਿਸੇ ਤੇ ਇੰਗਲਿਸ਼ ਦਾ ਰੋਬ ਪਾਉਣ ਲਈ ਗੱਲਬਾਤ ਕਰ ਰਿਹਾ ਕਿ ਮੈਂ ਆਪਣੇ ਆਪ ਇੱਕ ਗੱਲ ਸਮਝਾਉਣ ਲਈ ਗੱਲਬਾਤ ਕਰ ਰਿਹਾ। ਐਂਡ ਅਗਲੀ ਗੱਲ, ਇਫ ਯੂ ਆਰ ਕੰਸੀਡਰਿੰਗ ਕਿ ਤੁਸੀਂ ਇੰਗਲਿਸ਼ ਨਾਲ ਕਿਸੇ ਤੇ ਰੋਬ ਪਾਉਣਾ ਹੈ ਐਂਡ ਯੂ ਵਿਲ ਬੀ ਯੂਜ਼ਿੰਗ ਦਿਸ ਲੈਂਗੁਏਜ ਐਜ਼ ਅ ਵੈਪਨ, ਬੇਟਾ ਦੈਟ ਇਜ਼ ਅ ਵੈਰੀ ਬੈਡ ਅਪਰੋਚ। ਕਦੀ ਵੀ ਭਾਸ਼ਾ ਨੂੰ ਵੈਪਨ ਨਾ ਬਣਾਓ, ਐਂਡ ਇੰਗਲਿਸ਼ ਨੂੰ ਵੀ। ਇੰਗਲਿਸ਼ ਕੋਈ ਕਲਾਸ ਨਹੀਂ ਹੈ, ਇਹ ਕੋਈ ਕ੍ਰੀਡ ਨਹੀਂ ਹੈ, ਇਹ ਸਿਰਫ ਸ਼ਹਿਰੀਆਂ ਦੀ ਜਾਂ ਕਹਿ ਲਓ ਕਿ ਪੜ੍ਹੇ ਲਿਖਿਆਂ ਦੀ ਭਾਸ਼ਾ ਨਹੀਂ ਹੈ। ਇੰਗਲਿਸ਼ ਸਿਰਫ ਤੇ ਸਿਰਫ ਇੱਕ ਕਮਿਊਨੀਕੇਸ਼ਨ ਦਾ ਇੱਕ ਮਾਧਿਅਮ ਹੈ ਜਿਹੜਾ ਕਿ ਹਰ ਬੰਦਾ ਸਿੱਖ ਸਕਦਾ, ਜਿੱਦਾਂ ਆਪਾਂ ਬਾਕੀ ਚੀਜ਼ਾਂ ਵੀ ਸਿੱਖ ਦੱਸਦੇ ਹਾਂ। ਸੋ ਮਨ ਚੋਂ ਪਹਿਲਾਂ ਤਾਂ ਵਹਿਮ ਵੀ ਜ਼ਰੂਰ ਕੱਢੋ। ਅੱਛਾ, ਹੁਣ ਅਗਲੀ ਗੱਲ, ਪ੍ਰੈਕਟਿਸ ਕਿੱਦਾਂ ਕਰਨੀ ਹੈ। ਕੀ ਤੁਹਾਡੇ ਦਿਮਾਗ ਵਿੱਚ ਇਹ ਹੈ ਕਿ ਕਿਤੇ ਸਪੈਸੀਫਿਕ 15 ਮਿੰਟ ਦਿਨ ਦੇ ਤੁਸੀਂ ਦਿੱਤੇ ਤਾਂ ਤੁਹਾਡੀ ਸਪੀਕਿੰਗ ਇੰਪਰੂਵ ਹੋ ਜਾਏਗੀ?
ਵੈਸੇ ਤਾਂ ਹੋ ਜਾਏਗੀ, ਬਟ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ 15 ਮਿੰਟ ਤੋਂ ਜ਼ਿਆਦਾ ਤੁਸੀਂ ਟਾਈਮ ਦੇ ਪਾ ਰਹੇ ਹੋ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ, ਫਿਰ ਤੁਸੀਂ ਕਿੱਦਾਂ ਕਰੋਗੇ? ਸੋ ਇਫ ਆਈ ਸੇ ਕਿ ਤੁਹਾਡੀ ਲਾਈਫ ਜਿਹੜੀ ਹੈਗੀ ਹੈ, ਤੁਹਾਡਾ ਜੋ 24 ਆਵਰਸ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਦੈਟ ਇਜ਼ ਯੂਅਰ ਪ੍ਰੈਕਟਿਸ ਟਾਈਮ। ਇਹ ਤੁਹਾਡਾ ਪ੍ਰੈਕਟਿਸ ਟਾਈਮ ਹੈ। ਕਿੱਦਾਂ? ਤੁਸੀਂ ਰੋਜ਼ ਜਦੋਂ ਵੱਖਰੇ ਵੱਖਰੇ ਲੋਕਾਂ ਨਾਲ ਮਿਲਦੇ ਹੋ, ਗੱਲਬਾਤ ਕਰਦੇ ਹੋ, ਟਰੈਵਲ ਕਰਦੇ ਹੋ, ਤੁਸੀਂ ਉਦੋਂ ਕਮਿਊਨੀਕੇਟ ਕਰੋ ਕੌਨਫੀਡੈਂਟਲੀ। ਸੋ ਦੈਟ ਇਜ਼ ਯੂਅਰ ਪ੍ਰੈਕਟਿਸ ਅਰੀਨਾ। ਜਿਵੇਂ ਕਹਿ ਲਓ ਕਿ ਬਾਕਸਿੰਗ ਵਾਲਾ ਬੰਦਾ ਇੱਕ ਅਰੀਨਾ ਦੇ ਵਿੱਚ ਆਪਣੀ ਪ੍ਰੈਕਟਿਸ ਕਰਦਾ, ਤੁਹਾਡੇ ਤਾਂ ਆਲੇ ਦੁਆਲੇ ਸਾਰਾ ਤੁਹਾਡਾ ਪ੍ਰੈਕਟਿਸ ਜ਼ੋਨ ਹੀ ਹੈ। ਸੋ ਕਿਸੇ ਦੇ ਨਾਲ ਵੀ ਗੱਲ ਕਰਨੀ ਹੈ, ਚਾਹੇ ਪੰਜਾਬੀ 'ਚ ਵੀ ਕਰਨੀ ਆ, ਤੁਸੀਂ ਅਗਰ ਚੱਜ ਨਾਲ ਇੱਕ ਪ੍ਰੋਪਰ ਕੌਨਫੀਡੈਂਟਲੀ ਕਰ ਰਹੇ ਹੋ, ਕਿਤੇ ਨਾ ਕਿਤੇ ਤੁਹਾਡਾ ਇੰਪੈਕਟ ਤਾਂ ਪਏਗਾ ਤੁਹਾਡੇ ਉਸ ਚੀਜ਼ ਦੇ ਵਿੱਚ ਜਿਹਨੂੰ ਤੁਸੀਂ ਕਰਨਾ ਚਾਹੁੰਦੇ ਹੋ। ਸੋ ਵਿਚ ਮੀਨਸ ਕਿ ਇਫ ਯੂ ਸਟਾਰਟ ਪ੍ਰੈਕਟਿਸਿੰਗ ਵਿਦ ਯੂਅਰ ਪੀਪਲ ਅਰਾਊਂਡ ਐਂਡ ਉਹਨੂੰ ਇੱਕ ਚੱਜ ਨਾਲ ਕਰਨਾ ਸ਼ੁਰੂ ਕਰ ਦਿਓ, ਚਾਹੇ ਪੰਜਾਬੀ ਵਿੱਚ ਹੀ ਕਰੋ ਸ਼ੁਰੂ ਦੇ ਵਿੱਚ, ਐਂਡ ਮੁੜ ਕੇ ਉਹਨੂੰ ਬਾਅਦ ਵਿੱਚ ਇੰਗਲਿਸ਼ ਵਿੱਚ ਤੁਸੀਂ ਟ੍ਰਾਂਸਫਰ ਕਰ ਲਓ ਦੋਜ਼ ਐਬਿਲਿਟੀਜ਼ ਆਫ ਯੂਅਰਸ, ਦੈਨ ਯੂ ਕੈਨ ਈਜ਼ੀਲੀ ਕਮਿਊਨੀਕੇਟ। ਐਂਡ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਸਪੈਸੀਫਿਕ ਕੋਈ ਟਾਈਮ ਕੱਢਣ ਦੀ ਲੋੜ ਵੀ ਨਹੀਂ ਪਈ। ਕਿਉਂ? ਬਿਕੋਜ਼ ਹਰ ਟਾਈਮ ਤੁਸੀਂ ਕੀ ਕਰ ਰਹੇ ਹੋ? ਤੁਸੀਂ ਪ੍ਰੈਕਟਿਸ ਹੀ ਕਰ ਰਹੇ ਹੋ। ਐਂਡ ਜਸਟ ਇੱਕ ਚੀਜ਼ ਹੋਰ ਕਰਿਆ ਕਰੋ, ਤੁਸੀਂ ਓਬਜ਼ਰਵ ਆਪਣੇ ਆਪ ਨੂੰ ਵੀ ਕਰੋ। ਪ੍ਰੈਕਟਿਸ ਵਿਦ ਯੂਰਸੈਲਫ ਵਾਈਲ ਲੁਕਿੰਗ ਐਟ ਦ ਮਿਰਰ, ਕਿ ਮੈਂ ਅੱਜ ਗੱਲ ਬੋਲ ਰਿਹਾ, ਮੇਰਾ ਐਕਸਪ੍ਰੈਸ਼ਨ ਹੈਗਾ, ਤੇ ਮੇਰਾ ਐਕਸਪ੍ਰੈਸ਼ਨ ਇਹ ਬੋਲਦੇ ਹੋਏ ਤੇ ਮੇਰਾ ਐਕਸਪ੍ਰੈਸ਼ਨ ਹੋ ਕਿੱਦਾਂ ਜਾਂਦਾ? ਐਮ ਆਈ ਲੁੱਕ ਦੈਟ ਸੀਰੀਅਸ? ਐਮ ਆਈ ਲੁੱਕ ਦੈਟ ਮੌਕਿੰਗ? ਮੈਂ ਕਿੱਦਾਂ ਦਾ ਲੱਗ ਰਿਹਾ? ਠੀਕ ਹੈ। ਸੋ ਇੱਕ ਚੀਜ਼ ਓਬਜ਼ਰਵ ਕਰੋ, ਤੁਹਾਨੂੰ ਆਪਣੇ ਆਪ ਨੂੰ ਓਬਜ਼ਰਵ ਕਰਨਾ ਆਉਣਾ ਚਾਹੀਦਾ ਆ। ਲੈਟਸ ਸੇ ਕਿ ਮੈਂ ਇੱਥੇ ਅਗਰ ਬੈਠਾ ਤੇ ਮੈਂ ਫਲਾਣੇ ਪਾਸੇ ਮੈਂ ਕਿੱਦਾਂ ਦਾ ਲੱਗਦਾ ਹੋਊਂਗਾ ਇਹ ਗੱਲਬਾਤ ਕਰਦਾ। ਐਮ ਆਈ ਲੁਕਿੰਗ ਦੈਟ ਕੌਨਫੀਡੈਂਟ? ਸੋ ਇਹ ਚੀਜ਼ ਬਹੁਤ ਓਬਜ਼ਰਵ ਕਰਨ ਦੀ ਲੋੜ ਹੈਗੀ ਤੁਹਾਨੂੰ। ਦੈਟ ਇਜ਼ ਯੂ ਸ਼ੁੱਡ ਪ੍ਰੈਕਟਿਸ ਆਲ ਅਰਾਊਂਡ ਯੂ, ਜਿੰਨਾ ਵੀ ਤੁਹਾਡੀ ਦੁਨੀਆ ਹੈਗੀ ਆ, ਐਂਡ ਇਨਕਲੂਡਿੰਗ ਯੂਰਸੈਲਫ ਐਜ਼ ਵੈਲ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਐਂਡ ਲਾਸਟ ਜੋ ਤੁਹਾਨੂੰ ਮੈਂ ਗੱਲ ਕਹਿਣੀ ਹੈ, ਦ ਅਲਟੀਮੇਟ ਟਿਪ, ਬੇਟਾ ਐਡਮਿਟ ਯੂਅਰ ਮਿਸਟੇਕਸ। ਜਦੋਂ ਵੀ ਕਦੀ ਕਿਤੇ ਤੁਸੀਂ ਪ੍ਰੈਕਟਿਸ ਕਰਦੇ ਕਰਦੇ ਗਲਤੀ ਤੁਹਾਡੇ ਤੋਂ ਹੋ ਜਾਂਦੀ ਹੈ, ਚਾਹੇ ਪੰਜਾਬੀ ਬੋਲਦੇ ਚਾਹੇ ਇੰਗਲਿਸ਼ ਬੋਲਦੇ, ਕਿਉਂਕਿ ਭਾਸ਼ਾ ਸਿੱਖਣੀ ਉਹ ਵੱਖਰੀ ਗੱਲ ਹੈ। ਦੈਟ ਇਜ਼ ਦ ਥਿਓਰੇਟੀਕਲ ਪਾਰਟ। ਮੈਂ ਗੱਲ ਕਰ ਰਿਹਾ ਕੌਨਫੀਡੈਂਟਲੀ ਕਿੱਦਾਂ ਬੋਲਣਾ। ਐਂਡ ਜਦੋਂ ਤੁਸੀਂ ਬੋਲਦੇ ਬੋਲਦੇ ਗਲਤੀ ਕਰਦੇ ਹੋ, ਕਿਸੇ ਨੂੰ ਨਹੀਂ ਸੁਣਦੇ, ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲਬਾਤ ਆ ਜਾਂਦੀ ਹੈ, ਤੁਸੀਂ ਇਹਨੂੰ ਨੈਗੇਟਿਵਲੀ ਲੈ ਰਹੇ ਹੋ, ਕਹਿ ਲਓ ਕਿ ਮੈਂ ਕਿਸੇ ਨੂੰ ਥੱਲੇ ਲਾਉਣਾ, ਅਗਰ ਬਾਈ ਚਾਂਸ ਤੁਹਾਡੇ ਤੋਂ ਇਹ ਗਲਤੀ ਹੁੰਦੀ ਹੈ, ਜਸਟ ਸੇ ਸੌਰੀ ਐਂਡ ਐਡਮਿਟ ਯੂਅਰ ਮਿਸਟੇਕਸ, ਐਂਡ ਕੋਸ਼ਿਸ਼ ਕਰੋ ਇਹ ਦੁਬਾਰਾ ਗਲਤੀਆਂ ਨਾ ਹੋਵੇ। ਬਹੁਤੇ ਜੋ ਬੱਚੇ ਜੋ ਗੜਬੜ ਕਰਦੇ ਨੇ, ਜਾਂ ਈਵਨ ਜੋ ਬਹੁਤੇ ਯੰਗਸਟਰਸ ਵੀ ਗੜਬੜ ਕਰਦੇ ਆ, ਕਿ ਉਹ ਆਪਣੀ ਗਲਤੀ ਮੰਨਦੇ ਹੀ ਨਹੀਂ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ। ਬੇਟਾ ਅਗਰ ਆਪਣੀ ਗਲਤੀ ਮੰਨ ਵੀ ਲਓਗੇ ਤਾਂ ਕੀ ਜਾਂਦਾ ਹੈ? ਕਿਸੇ ਤੋਂ ਕੁਝ ਨਹੀਂ ਜਾਣਾ, ਫਾਇਦਾ ਤੁਹਾਡਾ ਹੀ ਹੈ। ਸੋ ਜਦੋਂ ਵੀ ਕਦੀ ਤੁਹਾਡੇ ਤੋਂ ਗਲਤੀ ਹੁੰਦੀ ਹੈ, ਐਡਮਿਟ ਦਿਸ ਥਿੰਗ ਕਿ ਉਸੇ ਵੇਲੇ ਉਹ ਗਲਤੀ ਨੂੰ ਸੁਧਾਰੋ, ਐਂਡ ਆਪਣੇ ਆਪ ਨੂੰ ਸਿੱਖਣ ਵਾਲੀ ਫਾਰਮ ਦੇ ਵਿੱਚ, ਇੱਕ ਲਰਨਿੰਗ ਪ੍ਰੋਸੈਸ ਦੇ ਵਿੱਚ ਬ੍ਰੇਕ ਨਾ ਲਾਓ। ਕਿਉਂਕਿ ਅਗਰ ਤੁਸੀਂ ਆਪਣੀ ਗਲਤੀ ਨੂੰ ਐਡਮਿਟ ਨਹੀਂ ਕਰਦੇ, ਇਹਦਾ ਮਤਲਬ ਤੁਸੀਂ ਬ੍ਰੇਕ ਲਾਤੀ ਆਪਣੇ ਸਿੱਖਣ ਵਾਲੀ ਉਸ ਇੱਕ ਸ਼ਮਤਾ ਨੂੰ। ਅਗਰ ਤੁਸੀਂ ਐਡਮਿਟ ਕਰ ਲੈਂਦੇ ਹੋ ਗਲਤੀ ਹੋ ਗਈ, ਤੇ ਫਿਰ ਤੁਸੀਂ ਹੋਰ ਸਿੱਖੀ ਜਾਂਦੇ ਹੋ। ਸੋ ਇਹ ਬਹੁਤ ਇੰਪੋਰਟੈਂਟ ਹੈ। ਐਂਡ ਦ ਮੋਸਟ ਇੰਪੋਰਟੈਂਟ ਥਿੰਗ, ਕੀਪ ਅ ਵੈਰੀ ਪੋਜ਼ਿਟਿਵ ਇੰਪ੍ਰੈਸ਼ਨ ਆਫ ਐਵਰੀਥਿੰਗ। ਜੋ ਵੀ ਸਿੱਖਦੇ ਹੋ ਇੱਕ ਪੋਜ਼ਿਟਿਵ ਮਾਈਂਡਸੈਟ ਦੇ ਨਾਲ ਸਿੱਖੋ, ਐਂਡ ਹਮੇਸ਼ਾ ਇਹ ਸੋਚੋ ਕਿ ਅਗਲਾ ਬੰਦਾ ਜਿਹੜਾ ਤੁਹਾਡੇ ਨਾਲ ਗੱਲ ਕਰ ਰਿਹਾ, ਉਹਨੂੰ ਇੱਕ ਤੁਸੀਂ ਇਸ ਢੰਗ ਦੇ ਨਾਲ ਫੀਲ ਕਰਾਉਣਾ ਕਿ ਭਰਾਵਾ ਤੂੰ ਖੁਸ਼ਕਿਸਮਤ ਹੈ ਕਿ ਤੇਰੇ ਨਾਲ ਮੈਂ ਗੱਲ ਕਰ ਰਿਹਾ। ਠੀਕ ਹੈ। ਸੋ ਦੈਟ ਕਾਈਂਡ ਆਫ ਕੌਨਫੀਡੈਂਸ, ਕਿ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਅਗਲੇ ਬੰਦੇ ਨੂੰ, ਈਵਨ ਤੁਹਾਨੂੰ ਵੀ, ਕਿ ਇਹ ਜੋ ਕਨਵਰਸੇਸ਼ਨ ਆਪਾਂ ਗੱਲ ਕਰਨੀ ਆ, ਇਹ ਆਪਾਂ ਪ੍ਰੈਕਟੀਕਲੀ ਕਰ ਪਾ ਰਹੇ ਹਾਂ, ਐਂਡ ਉਸ ਢੰਗ ਦੇ ਨਾਲ ਮੈਂ ਬੋਲ ਪਾ ਰਿਹਾ। ਸੋ ਇਹ ਬਹੁਤ ਇੰਪੋਰਟੈਂਟ ਹੈ। ਚਾਹੇ ਤੁਸੀਂ ਸਕੂਲ ਵਿੱਚ ਹੋ, ਚਾਹੇ ਤੁਸੀਂ ਆਇਲਸ ਦੀ ਕੋਚਿੰਗ ਲੈ ਰਹੇ ਹੋ, ਚਾਹੇ ਆਇਲਸ ਦਾ ਪੇਪਰ ਦੇਣਾ ਆ, ਚਾਹੇ ਕਿਸੇ ਆਫਿਸ 'ਚ ਕੰਮ ਕਰ ਰਹੇ ਹੋ, ਚਾਹੇ ਈਵਨ ਕਿਤੇ ਇੰਟਰਵਿਊ ਵੀ ਕਰੈਕ ਕਰਨੀ ਹੋਵੇ, ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਤੁਹਾਨੂੰ ਸ਼ੁਰੂ ਕਰਨੀ ਚਾਹੀਦੀ ਹੈ ਅੱਜ ਤੋਂ, ਐਂਡ ਫਰੋਮ ਦਿਸ ਮੂਮੈਂਟ, ਦੈਟ ਯੂ ਸ਼ੁੱਡ ਫੀਲ ਪ੍ਰਾਊਡ ਆਫ ਵਾਟ ਯੂ ਆਰ, ਐਂਡ ਸਪੀਕਿੰਗ ਆਪਣੀ ਕੌਨਫੀਡੈਂਟ ਹੋਰ ਕਰਨ ਲਈ ਜੋ ਚੀਜ਼ਾਂ ਮੈਂ ਦਿੱਤੀਆਂ ਨੇ ਇਸ ਵੀਡੀਓ ਵਿੱਚ, ਪੁਆਇੰਟਸ ਗੱਲ ਕੀਤੇ ਆ, ਉਹਨੂੰ ਉਸ ਢੰਗ ਦੇ ਨਾਲ ਕਰਨਾ ਸ਼ੁਰੂ ਕਰੋ। ਇਹ ਹੋ ਸਕਦਾ ਪੁਆਇੰਟਸ ਤੁਸੀਂ ਪਹਿਲਾਂ ਵੀ ਕਰਦੇ ਹੋ, ਬਟ ਇੱਕ ਪੋਜ਼ਿਟਿਵ ਇੱਕ ਇੰਪੈਕਟ ਦੇ ਨਾਲ, ਕਹ ਲਓ ਕਿ ਪੋਜ਼ਿਟਿਵ ਇੰਪ੍ਰੈਸ਼ਨ ਦੇ ਨਾਲ ਅਗਰ ਇਸ ਸਭ ਚੀਜ਼ ਨੂੰ ਕਰੋਗੇ, ਐਂਡ ਇਫ ਯੂ ਕੰਸੀਡਰ ਯੂਰ ਵਰਲਡ ਐਜ਼ ਅ ਪ੍ਰੈਕਟਿਸ ਅਰੀਨਾ, ਫਿਰ ਤੁਸੀਂ ਉਸ ਨੂੰ ਚੱਜ ਨਾਲ ਹੋਰ ਵਧੀਆ ਢੰਗ ਨਾਲ ਕਰ ਪਾਓਗੇ। ਐਂਡ ਹਮੇਸ਼ਾ ਇੱਕ ਚੀਜ਼ ਯਾਦ ਰੱਖੋ, ਬੀ ਆਲਵੇਜ਼ ਅ ਗੁੱਡ ਲਰਨਰ। ਜਿੱਥੋਂ ਵੀ ਭਾਵੇਂ ਥੋੜਾ ਵੀ ਸਿੱਖਣ ਨੂੰ ਮਿਲੇ, ਸਿੱਖੋ, ਬਿਕੋਜ਼ ਉਹ ਥੋੜਾ ਇੰਪ੍ਰੈਸ਼ਨ ਜਾਂ ਉਹ ਥੋੜਾ ਜੋ ਆਬਜ਼ਰਵੇਸ਼ਨ ਤੁਹਾਨੂੰ ਨਹੀਂ ਪਤਾ ਤੁਹਾਡੇ ਕਿੱਥੇ ਕੰਮ ਆ ਜਾਏਗੀ।
ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਸੋ ਦੈਟ ਕਿ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰੋ ਤੁਹਾਡੇ ਕੋਲ ਇੱਕ ਪ੍ਰੋਪਰ ਲਾਇਬ੍ਰੇਰੀ ਹੋਵੇ ਤੁਹਾਡੇ ਐਕਸਪੀਰੀਅੰਸਿਸ ਦੀ, ਵਿਚ ਕੈਨ ਮੇਕ ਯੂ ਵੈਰੀ ਕੌਨਫੀਡੈਂਟ ਅਬਾਊਟ ਵਾਟ ਯੂ ਆਰ ਸੇਇੰਗ। ਸੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਏਗੀ, ਐਂਡ ਇਫ ਯੂ ਵਾਂਟ ਮੋਰ ਐਲੈਬੋਰੇਸ਼ਨ ਅਬਾਊਟ ਐਨੀਥਿੰਗ ਜਸਟ ਕਮੈਂਟ ਮੀ ਇਨ ਦ ਕਮੈਂਟ ਬਾਕਸ। ਆਈ ਫੀਲ ਵੈਰੀ ਹੈਪੀ ਜਦੋਂ ਮੈਂ ਉਸ ਚੀਜ਼ ਨੂੰ ਦੁਬਾਰਾ ਇੱਕ ਵਾਰੀ ਬੱਚਿਆਂ ਨੂੰ ਸਮਝਾਉਣਾ, ਐਂਡ ਮੈਨੂੰ ਲੱਗਦਾ ਹੈ ਕਿ ਜੋ ਇੱਕ ਟੀਚਰ ਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ, ਜੋ ਪਰਮਾਤਮਾ ਨੇ ਮੇਰੇ ਜੋ ਰਿਸਪੌਂਸਿਬਿਲਿਟੀ ਲਾਈ ਹੈ ਮੇਰੇ ਮੋਢਿਆਂ 'ਤੇ, ਦੈਟ ਇਜ਼ ਟੂ ਐਜੂਕੇਟ ਐਵਰੀਬਡੀ ਟੂਵਰਡਸ ਦ ਲਾਈਫ ਐਂਡ ਦ ਇੰਗਲਿਸ਼ ਲੈਂਗੁਏਜ, ਉਹ ਮੈਂ ਪੂਰੇ ਇੱਕ ਧਿਆਨ ਨਾਲ ਕਰ ਪਾਵਾਂਗਾ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।